ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 3 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਇਹਨਾਂ ਤੋਂ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਤੁਸੀਂ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਨਾਲ ਹੀ ਜੇ ਤੁਸੀਂ ਮੈਡੀਕਲ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕਲ ਐਕਸਚੇਂਜਸ ਕਰਵਾਉਣੇ ਆ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ, ਤੇ ਮੈਡੀਕਲ ਦੀਆਂ ਸੇਵਾਵਾਂ ਪੂਰੇ ਅਮਰੀਕਾ 'ਚ ਦਿੰਦੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇਟਰ ਕਹਿਣਾ 4159090503। ਗੁਰਦੀਪ ਸਿੰਘ ਵਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਅਮਰਜੀਤ ਸਿੰਘ ਫਰੈਜ਼ਨੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋਂ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ, ਵਿਸਕੌਨਸਨ। ਸਭ ਦਾ ਧੰਨਵਾਦ। ਤੁਸੀਂ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ। ਸੰਪਰਕ 408-722-7698। ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਸਵੇਰੇ ਤੁਹਾਨੂੰ ਦੱਸਿਆ ਸੀ ਵੀ ਫੈਡਰਲ ਰਿਜ਼ਰਵ ਬੋਰਡ ਨੇ ਅੱਜ ਅਨਾਉਂਸ ਕਰਨਾ ਆ ਕਿ ਕਿੰਨਾ ਉਹ ਇੰਟਰਸਟ ਰੇਟ ਵਧਾਉਣ ਜਾ ਰਹੇ ਆ, ਕਿ ਲਾਸਟ ਟਾਈਮ ਹੋਊਗਾ। ਸੋ ਅੱਜ ਜਰੋਮੀ ਪਾਵਲ ਹੁਣਾਂ ਨੇ ਅਨਾਉਂਸ ਕੀਤਾ ਵੀ ਉਹ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਾਉਣ ਜਾ ਰਹੇ ਆ। ਸੋ ਬੈਂਚਮਾਰਕ ਓਵਰਨਾਈਟ ਇੰਟਰਸਟ ਰੇਟ ਹੁਣ ਜਿਹੜਾ ਆ ਉਹ 5 ਤੋਂ ਲੈ ਕੇ 5.25% ਦੀ ਰੇਂਜ ਦੇ ਵਿੱਚ ਹੈਗਾ ਆ। ਸੈਂਟਰਲ ਬੈਂਕ ਨੇ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਾ ਦਿੱਤਾ ਆ। 17 ਸਾਲਾਂ ਬਾਅਦ USA ਦੇ ਵਿੱਚ ਇੰਨਾ ਜ਼ਿਆਦਾ ਇੰਟਰਸਟ ਰੇਟ ਵਧਿਆ ਹੈਗਾ ਆ। 30 ਈਅਰ ਮੌਰਗੇਜ 6.5% ਦੀ ਲੱਗ ਛੱਗੇ ਆ। ਇਹਦੇ ਚਾਂਸ ਆ ਵੀ ਆਉਣ ਵਾਲੇ ਸਮੇਂ 'ਚ ਹੋਰ ਵੀ ਵਧੂਗਾ। 40 ਸਾਲਾਂ ਬਾਅਦ ਇੰਨੀ ਜ਼ਿਆਦਾ ਇਨਫਲੇਸ਼ਨ ਆ, ਈਵਨ ਦੋ ਥੋੜੀ ਜਿਹੀ ਘਟੀ ਆ, ਪਰ 40 ਸਾਲਾਂ ਬਾਅਦ ਇੰਨੀ ਇਨਫਲੇਸ਼ਨ ਆ। ਹੁਣ ਇਹ ਸਾਰੇ ਕਾਸੇ ਦਾ ਅਸਰ ਬਹੁਤ ਵਾਰ ਲੋਕ ਰੀਅਲ ਸਟੇਟ ਹੀ ਇਕੱਲਾ ਸੋਚਦੇ ਆ। ਰੀਅਲ ਸਟੇਟ ਤੇ ਤਾਂ ਪੈਣੇ ਆ, ਪਰ ਜੋ ਲੋਕ ਕ੍ਰੈਡਿਟ ਕਾਰਡ ਯੂਜ਼ ਕਰਦੇ ਹੈਗੇ ਆ, ਕ੍ਰੈਡਿਟ ਕਾਰਡਸ ਦਾ ਇੰਟਰਸਟ ਰੇਟ 24% ਦੇ ਕਰੀਬ ਆ। ਸੋ ਬਹੁਤ ਵਾਰ ਕੀ ਹੁੰਦਾ ਆ ਵੀ ਜਦੋਂ ਕ੍ਰੈਡਿਟ ਕਾਰਡ ਯੂਜ਼ ਕਰਦੇ, ਪੇਮੈਂਟ ਆਉਂਦੀ ਆ ਤੇ ਅਸੀਂ ਮਿਨੀਮਮ ਪੇਮੈਂਟ ਦੇ ਦਿੰਦੇ ਆ। 24% ਇੰਟਰਸਟ ਨਾ ਉਹ ਬਹੁਤ ਜ਼ਿਆਦਾ ਅਕਮੂਲੇਟ ਹੋਣਾ, ਬਹੁਤ ਜ਼ਿਆਦਾ ਜਮ੍ਹਾਂ ਹੋਣਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਭਾਈ, ਕ੍ਰੈਡਿਟ ਕਾਰਡ ਯੂਜ਼ ਕਰਨੇ ਆ ਤਾਂ ਕੋਸ਼ਿਸ਼ ਕਰੋ ਉਹਦਾ ਪੂਰੇ ਦਾ ਪੂਰਾ ਜਿਹੜਾ ਬਿੱਲ ਆ ਹਰ ਮਹੀਨੇ ਦੇ ਦਿਓ, ਨਹੀਂ ਤਾਂ ਤੁਸੀਂ ਫਾਈਨੈਂਸ਼ੀਅਲ ਟਰਬਲ ਦੇ ਵਿੱਚ ਆ ਸਕਦੇ ਹੈਗੇ ਆ। ਤੇ ਦੂਜੀ ਖਬਰ ਇਹ ਆ ਰਹੀ ਆ ਵੀ ਕਾਰ ਪੋਜੈਸ਼ਨਸ ਦੇ ਵਿੱਚ ਬਹੁਤ ਤੇਜ਼ੀ ਹੋ ਰਹੀ ਆ। ਜਿਹੜੀਆਂ ਕਾਰਾਂ ਲੋਕਾਂ ਨੇ ਲਈਆਂ ਆ ਉਹ ਵਾਪਸ ਬੈਂਕਾਂ ਕੋਲ ਜਾ ਰਹੀਆਂ। ਬੈਂਕਾਂ ਵਾਲੇ ਉਹਨਾਂ ਨੂੰ ਰੀਪੋਜੈਸ ਕਰ ਰਹੇ ਆ ਕਿਉਂਕਿ ਇੰਟਰਸਟ ਰੇਟ ਬਹੁਤ ਹਾਈ ਹੋਇਆ ਆ ਤੇ ਲੋਕਾਂ ਦੇ ਕੋਲੋਂ ਪੇਮੈਂਟਸ ਦੇ ਨਹੀਂ ਹੋ ਰਹੀਆਂ। ਬਿਜ਼ਨਸ ਸਲੋ ਆ, ਕਈਆਂ ਦੀਆਂ ਜੌਬਸ ਵੀ ਜਿਹੜੀਆਂ ਚਲ ਗਈਆਂ ਹੈਗੀਆਂ। ਸੋ ਇਹ ਸਾਰਾ ਕਾਸੀ ਦਾ ਅਸਰ ਕ੍ਰੈਡਿਟ ਕਾਰਡ ਪੇਮੈਂਟਸ ਤੇ ਆਟੋ ਲੋਨਸ ਦੇ ਉੱਤੇ ਉਹ ਕਾਫੀ ਹਾਈ ਹੋ ਜਾਣੇ ਆ। ਆਟੋ ਇੰਡਸਟਰੀ ਤੇ ਬਹੁਤ ਪੈਣਾ ਆ, ਮੌਰਗੇਜ ਇੰਡਸਟਰੀ ਤੇ ਤਾਂ ਆਲਰੇਡੀ ਪਿਆ ਆ। ਜਿੰਨੀਆਂ ਬੈਂਕਾਂ ਫੇਲ ਹੋ ਰਹੀਆਂ ਆ, ਉਹਨਾਂ ਦਾ ਜਿਹੜਾ ਜੰਬੋ ਲੋਨਸ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ। ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ H1B ਦਾ ਜਿਹੜਾ ਰੀਸੈਂਟ ਫਰਾਡ ਸਾਹਮਣੇ ਆਇਆ ਆ ਬਿਜ਼ਨਸਿਸ ਦੇ ਵਿੱਚ, ਜਿਹੜੇ ਕਹਿੰਦੇ ਵੀ ਉਹਨਾਂ ਨੇ ਕਲੂਡ ਕੀਤਾ ਆ ਆਪਸ ਦੇ ਵਿੱਚ ਮਿਲ ਕੇ H1B ਸਿਸਟਮ ਨੂੰ ਫਰਾਡ ਕਰਨ ਦੀ ਕੋਸ਼ਿਸ਼ ਕੀਤੀ ਆ। ਫੈਡ ਅਥਾਰਟੀਜ਼ ਇਹ ਚਾਹੁੰਦੀਆਂ ਨੇ ਵੀ ਸਿਲੀਕਨ ਵੈਲੀ ਦੇ ਇਸ ਫੇਵਰਟ ਵੀਜ਼ਾ ਜਿਹੜਾ ਆ ਉਸ ਦੇ ਮਿਸਯੂਜ਼ ਨੂੰ ਲੈ ਕੇ ਕ੍ਰਿਮੀਨਲ ਫਰਾਡ ਚਾਰਜਸ ਜਿਹੜੇ ਆ ਉਹਨਾਂ ਬਿਜ਼ਨਸਿਸ ਦੇ ਖਿਲਾਫ ਲਗਾਏ ਜਾਣ। ਸੋ ਫੈਡਰਲ ਅਥਾਰਟੀਜ਼ ਇਹ ਪਲਾਨ ਜਿਹੜੀ ਉਹ ਕਰ ਲਈ ਆ। ਐਵੀਡੈਂਸ ਕਹਿੰਦੇ ਆ ਵੀ ਅਸੀਂ ਗੈਦਰ ਕਰ ਰਹੇ ਹਾਂ। H1B ਐਪਲੀਕੇਸ਼ਨ ਦਾ ਆંકੜਾ ਲਗਾਤਾਰ ਵਧਿਆ ਪਿਛਲੇ 2 ਸਾਲਾਂ ਦੇ ਵਿੱਚ, ਜਿਹਦੇ ਨਾਲ ਇਹਨਾਂ ਨੇ ਐਕਸਟੈਂਸਿਵ ਫਰਾਡ ਇਨਵੈਸਟੀਗੇਸ਼ਨਸ ਕੀਤੀਆਂ, ਜਿਹਦੇ ਵਿੱਚ ਫਾਲਸ ਕਲੇਮਸ ਆਫ ਜੌਬਸ ਲੋਕਾਂ ਨੂੰ ਜਿਹਦੇ ਲਈ ਅਪਲਾਈ ਕੀਤਾ ਜਾ ਰਿਹਾ ਪ੍ਰਪੋਜ਼ਡ ਵੀਜ਼ਾ ਰੈਸਿਪੀਐਂਟਸ ਉਹਨਾਂ ਲਈ ਪੇਸ਼ ਕੀਤੇ ਆ। USCIS ਨੇ ਪਿਛਲੇ ਹਫਤੇ ਹੀ ਇਸ ਦੀ ਰਿਪੋਰਟ ਕੀਤੀ ਆ। ਕਹਿੰਦੇ ਵੀ ਨਾ ਕਿ ਸਿਰਫ ਨੰਬਰ ਜਿਹੜੇ ਆંકੜੇ ਵਧੇ ਆ, 2022 ਦੇ ਵਿੱਚ 3,01,000 ਤੋਂ ਵੱਧ ਕੇ 4,74,000 ਹੋਏ,
ਤੇ 2023 ਚ ਆਪਾਂ ਇਸ ਵਾਰ ਦੇਖਿਆ ਵੀ 5,59,000 ਦੇ ਉੱਤੇ ਇਹ ਆંકੜਾ ਵੱਧ ਗਿਆ ਸੀ। ਕਹਿੰਦੇ ਵੀ ਇਦਾਂ ਕੰਪਨੀਜ਼ ਇਸ ਦਾ ਅਨਫੇਅਰ ਐਡਵਾਂਟੇਜ ਆ ਉਹ ਹਾਸਿਲ ਕਰਦੀਆਂ ਆ ਜਦੋਂ ਉਹ ਇਕੱਠੀਆਂ ਮਿਲ ਕੇ ਇਸ H1B ਵੀਜ਼ੇ ਨੂੰ ਗਲਤ ਢੰਗ ਦੇ ਨਾਲ ਵਰਤਦੇ ਆ। 85,000 ਲੋਕਾਂ ਨੂੰ ਇਸ ਦੇ ਵਿੱਚ H1B ਵੀਜ਼ਾ ਮਿਲਣਾ ਹੁੰਦਾ ਆ ਹਰ ਸਾਲ ਦੇ ਵਿੱਚ, ਤੇ ਉਹਦੇ ਵਿੱਚ ਜੇ ਤਕਰੀਬਨ 7.5 ਪੌਣੇ 8 ਲੱਖ ਬੰਦਾ ਅਪਲਾਈ ਕਰੂਗਾ ਤਾਂ ਉਹ ਪਰਸੈਂਟੇਜ ਲਗਾਤਾਰ ਘਟ ਜਾਂਦੀ ਆ। ਕੈਨੇਡਾ ਦੇ ਵਿੱਚ ਵੀ ਜਿਹੜਾ LMIA ਹੁੰਦਾ ਆ ਉਸ ਨੂੰ ਲੈ ਕੇ ਇਦਾਂ ਦੇ ਵੀਜ਼ਾ ਫਰਾਡ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਰਹਿੰਦੀਆਂ ਆ, ਪਰ ਹੁਣ ਫੈਡਰਲ ਸਰਕਾਰ ਹੀ ਇੱਕ ਹਿਸਾਬ ਦੇ ਨਾਲ ਮਨ ਬਣਾ ਰਹੀ ਆ ਵੀ ਇਹਨਾਂ ਕੰਪਨੀਆਂ ਦੇ ਖਿਲਾਫ ਕੋਈ ਨਾ ਕੋਈ ਕ੍ਰਿਮੀਨਲ ਫਰਾਡ ਚਾਰजेस ਲਿਆਂਦੇ ਜਾਣ। ਕੈਲੀਫੋਰਨੀਆ ਦੇ ਸੈਨੇਟਰ ਡੇਵ ਮਿਨ ਉਹਨਾਂ ਨੂੰ ਕੱਲ ਅਰੈਸਟ ਕੀਤਾ ਗਿਆ DUI ਦੇ ਅੰਡਰ। ਇਹ ਸੈਨੇਟਰ ਇਰਵਾਈਨ ਤੋਂ ਆ, ਡੈਮੋਕ੍ਰੇਟ ਆ। ਮਿਸਡਮੀਨਰ ਚਾਰजेस ਉਹਨਾਂ ਦੇ ਉੱਤੇ ਲਾਏ ਗਏ ਤੇ ਸੈਕਰਾਮੈਂਟੋ ਕਾਉਂਟੀ ਦੀ ਜੇਲ੍ਹ ਦੇ ਵਿੱਚ ਬੁੱਕ ਵੀ ਕੀਤਾ ਗਿਆ। ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਇਹ ਦੱਸਿਆ ਗਿਆ ਹੈਗਾ। ਸੈਨੇਟਰ ਡੇਵਿਡ ਮਿਨ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਹਾਂ ਮੇਰੇ ਤੋਂ ਇਹ ਗਲਤੀ ਹੋਈ ਆ, ਮੈਨੂੰ ਡਰਿੰਕ ਕਰਕੇ ਡਰਾਈਵ ਨਹੀਂ ਕਰਨਾ ਚਾਹੀਦਾ ਸੀ, ਮੈਂ ਇਹਦੀ ਪੂਰੀ ਰਿਸਪੌਂਸਿਬਿਲਿਟੀ ਲੈਣਾ ਹੈ, ਕੋਈ ਐਕਸਕਿਊਜ਼ ਨਹੀਂ ਇਹਦੇ ਲਈ, ਮੇਰੇ ਐਕਸ਼ਨ ਦੇ ਲਈ। ਤੇ ਮੇਰੇ ਜਿਹੜੇ ਫੈਮਿਲੀ ਮੈਂਬਰਸ ਆ, ਕੌਂਸਟੀਚੁਐਂਟਸ ਆ, ਸਪੋਰਟਰਸ ਆ, ਉਹਨਾਂ ਤੋਂ ਮੈਂ ਮਾਫੀ ਮੰਗਦਾ ਹੈਗਾ। ਕਹਿੰਦੇ ਭਈ ਫਿਊਚਰ ਦੇ ਵਿੱਚ ਮੈਂ ਜੋ ਕੰਮ ਕਰ ਰਿਹਾ ਉਹਦੇ ਉੱਤੇ ਇਹਦਾ ਕੋਈ ਅਸਰ ਨਹੀਂ ਪਊਗਾ, ਇਹ ਡਿਸਟਰੈਕਟ ਨਹੀਂ ਕਰੂਗਾ। ਕੱਲ 10:30 ਵਜੇ ਦੇ ਕਰੀਬ ਟੋਯੋਟਾ ਕੈਮਰੀ ਦੇ ਵਿੱਚ ਸੈਨੇਟਰ ਮਿਨ ਸੈਕਰਾਮੈਂਟੋ ਡਾਊਨਟਾਊਨ ਦੇ ਵਿੱਚ 9 ਸਟਰੀਟ ਨਾਰਥ ਆਫ ਐਸ ਸਟਰੀਟ ਤੇ ਜਾ ਰਹੇ ਸੀ, ਜਦੋਂ ਰੈੱਡ ਲਾਈਟ ਹੋਈ ਸੀ ਤੇ ਰੈੱਡ ਲਾਈਟ ਤੇ ਥੋੜਾ ਜਿਹਾ ਸਟਾਪ ਕਰਕੇ ਉਹ ਰੈੱਡ ਲਾਈਟ ਦੇ ਵਿੱਚ ਹੀ ਕ੍ਰਾਸ ਕਰ ਗਏ ਤੇ ਉੱਥੇ ਇੱਕ ਪੁਲਿਸ ਆਫੀਸਰ ਵਾਚ ਕਰ ਰਿਹਾ ਸੀ। ਤੇ ਜਦੋਂ ਪੁਲਿਸ ਆਫੀਸਰ ਨੇ ਉਹਨਾਂ ਨੂੰ ਰੈੱਡ ਲਾਈਟਸ ਦਿੱਤੀਆਂ ਬ੍ਰੌਡਵੇ ਤੇ ਰਿਵਰ ਸਾਈਡ ਬੁਲੇਵਰਡ ਦੇ ਉੱਤੇ, ਤੇ ਪਤਾ ਚੱਲਿਆ ਉਹਨਾਂ ਨੂੰ ਵੀ ਉਹ ਡਰਿੰਕ ਉਹਨਾਂ ਨੇ ਕੀਤੀ ਹੋਈ ਆ, ਇੰਟੌਕਸੀਕੇਟਡ ਆ, ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਟੈਸਟ ਕਰਕੇ ਤੇ ਉਹਨਾਂ ਨੂੰ DUI ਇਸ਼ੂ ਕੀਤੀ ਗਈ, ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਲਿਜਾਇਆ ਗਿਆ। ਜੀ ਇਹ ਇਲੈਕਟਡ ਅਫੀਸ਼ੀਅਲਸ ਦਾ ਇਹ ਹਾਲ ਹੋ ਜਾਂਦਾ ਆ। ਅਗਲੀ ਗੱਲ ਕਰੀਏ, ਸੈਂਟਾ ਕਲਾਰਾ ਕਾਉਂਟੀ ਕਹਿੰਦੇ ਵੀ ਡਰੋਨਸ ਦੀ ਮਦਦ ਲਊਗੀ ਇਸ ਵਾਰ ਜਿਹੜਾ ਮੱਛਰ ਬਹੁਤ ਜ਼ਿਆਦਾ ਵੱਧ ਰਿਹਾ ਆ ਉਸ ਨੂੰ ਕੰਟਰੋਲ ਕਰਨ ਦੇ ਲਈ। ਕਾਉਂਟੀ ਦੇ ਵੈਕਟਰ ਕੰਟਰੋਲ ਡਿਸਟ੍ਰਿਕਟ ਉਹਨਾਂ ਨੇ ਕਿਹਾ ਵੀ ਹੈਲੀਕਾਪਟਰਸ ਵੀ ਅਸੀਂ ਪਿਛਲੇ ਸਾਲਾਂ ਦੇ ਵਿੱਚ ਵਰਤਦੇ ਰਹੇ ਹਾਂ, ਪਰ ਇਸ ਵਾਰ ਵੈਟ ਵਿੰਟਰ ਬਹੁਤ ਰਹੀ ਆ, ਪਾਣੀ ਖੜਾ ਆ ਤੇ ਕਾਫੀ ਥਾਵਾਂ ਦੇ ਉੱਤੇ ਮੱਛਰ ਬਹੁਤ ਜ਼ਿਆਦਾ ਵੱਧ ਰਿਹਾ ਆ। ਵੈਸਟ ਨਾਈਲ ਵਾਇਰਸ ਯੂਜਲੀ ਜਿਹੜੇ ਮਸਕੀਟੋਜ਼ ਆ ਉਹ ਵੈਕਟਰ ਬੋਰਨ ਡਿਜ਼ੀਜ਼ਸ ਇਦਾਂ ਦੀਆਂ ਲੈ ਆਉਂਦੇ ਆ ਤੇ ਇਹ ਕਾਈਆਂ ਦੇ ਲਈ ਘਾਤਕ ਵੀ ਸਾਬਤ ਹੁੰਦਾ ਆ। ਸੋ ਡਿਸਟ੍ਰਿਕਟ ਕਹਿੰਦੇ ਵੀ ਪਹਿਲਾਂ ਹੈਲੀਕਾਪਟਰ ਵਰਤਦੇ ਸੀ ਉਹਨਾਂ ਇਲਾਕਿਆਂ 'ਚ ਪਹੁੰਚਣ ਦੇ ਲਈ ਜਿਹੜੇ ਨਾਨ ਰੈਜ਼ੀਡੈਂਸ਼ੀਅਲ ਏਰੀਆ ਆ, ਪਰ ਇਸ ਵਾਰ ਡਰੋਨਸ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾਊਗੀ। ਇਹ 200 ਮੀਟਰ ਦੀ ਉਚਾਈ ਦੇ ਉੱਤੇ ਇਹਨਾਂ ਨੂੰ ਉਡਾਇਆ ਜਾਵੇਗਾ ਤੇ ਉੱਥੇ ਦਵਾਈ ਦਾ ਛਿੜਕਾਅ ਕੀਤਾ ਜਾਣਾ ਆ। ਕਹਿੰਦੇ ਵੀ ਡਰੋਨਸ ਦੀ ਵਰਤੋਂ ਇਸ ਪੂਰੇ ਮਾਮਲੇ ਦੇ ਵਿੱਚ ਕਾਉਂਟੀ ਦੇ ਡਾਕੂਮੈਂਟ ਸ਼ੋ ਕਰਦੇ ਆ ਵੀ $1.5 ਲੱਖ ਦਾ ਖਰਚਾ ਆਵੇਗਾ। ਪਲੇਜ਼ੈਂਟਨ ਪੁਲਿਸ 2 ਲੋਕਾਂ ਦੀ ਜਿਹੜੀ ਆ ਭਾਲ ਕਰ ਰਹੀ ਆ। ਉਹਨਾਂ ਨੇ ਇੱਕ ਬੰਦੇ ਦੇ ਸਟੈਬ ਕੀਤਾ। ਸਟੈਬਿੰਗ ਜੋ ਆ 10:30 ਵਜੇ 5700 ਬਲਾਕ ਆਫ ਓਵਨਸ ਡਰਾਈਵ ਇੱਥੇ ਵਾਪਰੀ ਆ। ਪਲੇਜ਼ੈਂਟਨ ਦੀ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਇਨਸੀਡੈਂਟ ਉਸ ਟਾਈਮ ਤੇ ਵਾਪਰੀ ਜਦੋਂ ਰੋਬਰੀ ਹੋ ਰਹੀ ਸੀ। ਸੋ ਰੋਬਰੀ ਦੇ ਦੌਰਾਨ ਇਹ ਸਾਰਾ ਕੁਝ ਵਾਪਰਿਆ। ਜੋ ਸਸਪੈਕਟਸ ਹੈਗੇ ਆ ਦੋਨੋਂ ਹੀ ਬੰਦੇ ਆ ਤੇ ਸਕੀ ਮਾਸਕ ਉਹਨਾਂ ਨੇ ਪਾਏ ਹੋਏ ਸੀ, ਤੇ ਦੋਨੋਂ ਜਾਣੇ ਇੱਕ ਅਪਾਰਟਮੈਂਟ ਵੱਲ ਭੱਜਦੇ ਦੇਖੇ ਗਏ ਹੈਗੇ ਆ। ਪਲੇਜ਼ੈਂਟਨ ਪੁਲਿਸ ਡਿਪਾਰਟਮੈਂਟ ਬਲੀਵ ਕਰਦੀ ਆ ਵੀ ਸਟੈਬਿੰਗ ਇੱਕ ਤਰ੍ਹਾਂ ਦੀ ਆਈਸੋਲੇਟਡ ਇਨਸੀਡੈਂਟ ਹੈਗੀ ਆ, ਕਿਸੇ ਤਰ੍ਹਾਂ ਦੀ ਥ੍ਰੈਟ ਨਹੀਂ ਪਬਲਿਕ ਨੂੰ। ਪਲੇਜ਼ੈਂਟਨ ਏਰੀਆ ਜੋ ਕੈਲੀਫੋਰਨੀਆ ਦੇ ਵਿੱਚ ਬੇ ਏਰੀਆ 'ਚ ਲੋਕ ਰਹਿੰਦੇ ਆ, ਕਾਫੀ ਵਧੀਆ ਏਰੀਆ ਆ, ਬਹੁਤ ਮਹਿੰਗੇ ਘਰ ਆ ਉੱਥੇ, ਕਦੇ ਇਦਾਂ ਦੀ ਇਨਸੀਡੈਂਟ ਵਾਪਰੀ ਨਹੀਂ ਹੈ। ਪਰ ਪਲੇਜ਼ੈਂਟਨ ਪੁਲਿਸ ਡਿਪਾਰਟਮੈਂਟ ਨੇ ਲੋਕਾਂ ਤੋਂ ਮਦਦ ਮੰਗੀ ਆ, ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਜਿਨ੍ਹਾਂ ਨੇ ਸਟੈਬ ਕੀਤਾ ਹੈ ਬੰਦੇ ਨੂੰ, ਉਹ ਪੁਲਿਸ ਨੂੰ 925 931 5107 ਤੇ ਕਾਲ ਕਰ ਸਕਦੇ ਹੋ। ਜੀ
ਡੇਵਿਸ ਦੇ ਵਿੱਚ ਜਿਹੜੀਆਂ ਸਟੈਬਿੰਗਸ ਹੋ ਰਹੀਆਂ ਉਸ ਮਾਮਲੇ ਵਿੱਚ ਇਹ ਖਬਰ ਆ ਰਹੀ ਆ ਵੀ ਇੱਕ ਪਰਸਨ ਆਫ ਇੰਟਰਸਟ ਜਿਸ ਦੇ ਉੱਤੇ ਸ਼ੱਕ ਆ ਵੀ ਇਹਨੇ ਸਟੈਬਿੰਗ ਕੀਤੀਆਂ ਹੋ ਸਕਦੀਆਂ 3 ਜਾਣਿਆਂ ਦੀ ਇਹਨੇ ਸਟੈਬਿੰਗ ਕੀਤੀ, ਜਿਨ੍ਹਾਂ 'ਚ 2 ਜਾਣੇ ਹੁਣ ਤੱਕ ਮਰ ਚੁੱਕੇ ਆ ਤੇ ਇੱਕ ਕ੍ਰਿਟੀਕਲ ਕੰਡੀਸ਼ਨਸ ਦੇ ਵਿੱਚ ਵਿਦਿਆਰਥਣ ਜ਼ੇਰੇ ਇਲਾਜ ਆ। ਸਾਈਕਾਮੋਰ ਪਾਰਕ ਜਿਹੜਾ ਡੇਵਿਸ ਦੇ ਵਿੱਚ ਆ ਉਸ ਦੇ ਨਜ਼ਦੀਕ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ ਉੱਥੋਂ ਦੇ ਜਿਹੜੇ ਲਾਈਵ ਸੀਨ ਆ ਉਹ ਆ ਰਹੇ ਆ। ਇੱਕ ਕੰਪੈਸ਼ਨ ਮੈਨ ਕਰਕੇ ਬੰਦਾ ਦੱਸਿਆ ਜਾਂਦਾ ਸੀ, ਕੰਪੈਸ਼ਨ ਗਾਏ, ਤੇ ਉਹ ਕਹਿੰਦੇ ਵੀ ਉਹ ਲੋਕ ਉਹਦੇ ਕੋਲ ਆ ਕੇ ਗੱਲਬਾਤ ਕਰਦੇ ਸੀ, ਉਹਦੀ ਵੀ ਇਹਨੇ ਸਟੈਬਿੰਗ ਜਿਹੜੀ ਉਹ ਕਰ ਦਿੱਤੀ ਸੀ। ਦੂਜਾ ਜਿਹੜਾ 20 ਸਾਲਾਂ ਦਾ UC ਡੇਵਿਸ ਦਾ ਜਿਹੜਾ ਸਟੂਡੈਂਟ ਕਰੀਮ ਅਬੂ ਨਜਮ, ਉਸ ਨੂੰ ਸਟੈਬ ਜਿਹੜਾ ਉਹ ਕੀਤਾ ਗਿਆ ਸੀਗਾ ਤੇ ਮਾਰ ਦਿੱਤਾ ਗਿਆ ਸੀਗਾ ਸਾਈਕਾਮੋਰ ਪਾਰਕ ਦੇ ਵਿੱਚ। ਤੇ ਹੁਣ ਇਵੈਂਚੁਅਲੀ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਦੀ ਸ਼ਨਾਖਤ ਅਜੇ ਨਹੀਂ ਜਿਹੜੀ ਦੱਸੀ ਹੈਗੀ। ਤੇ ਇਹ ਹਾਲਾਤਾਂ ਨੂੰ ਕਾਬੂ ਪਾਉਣ ਦੇ ਲਈ ਉੱਥੋਂ ਦੇ ਪ੍ਰਸ਼ਾਸਨ ਨੇ ਹੁਣ ਤੇਜ਼ੀ ਦਿਖਾਈ ਆ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਚੌਥੀ ਬੈਂਕ ਦੀ ਗੱਲ ਕਰਦੇ ਹਾਂ ਵੀ ਉਹ ਬੈਂਕਰਪਸੀ ਦੇ ਕਿਨਾਰੇ ਬਣਦਾ ਜਾ ਰਿਹਾ, ਉਹਨਾਂ ਦਾ ਲੱਛਣ ਜੋ ਚੱਲ ਰਿਹਾ ਆ। ਪੈਸੀਫਿਕ ਵੈਸਟਰਨ ਬੈਂਕ ਦੇ ਸਟਾਕ 56% ਡਾਊਨ ਚਲੇ ਗਏ ਅੱਜ ਆਫਟਰ ਦਾ ਕਲੋਜ਼ਿੰਗ। ਸੋ ਸਿਚੁਏਸ਼ਨ ਬਾਲੀ ਗੁੱਡ ਨਹੀਂ ਇਸ ਬੈਂਕ ਦੇ ਲਈ। ਇਸ ਤੋਂ ਪਹਿਲਾਂ ਫਸਟ ਰਿਪਬਲਿਕਨ ਬੈਂਕ ਜੋ ਆ ਰੈਗੂਲੇਟਰਸ ਨੇ ਉਹਨੂੰ ਸੀਜ਼ ਕਰ ਲਿਆ ਸੀ ਤੇ JP ਮੋਰਗਨ ਨੇ ਉਹਨੂੰ ਬਾਈ ਕਰ ਲਿਆ ਸੀ। ਲਾਸ ਐਂਜਲਸ ਬੇਸਡ ਪੈਕ ਵੈਸਟ ਜੋ ਬੈਂਕ ਆ ਇਹਦਾ 750 ਮਿਲੀਅਨ ਦੇ ਕਰੀਬ ਮਾਰਕੀਟ ਕੈਪ ਹੈਗਾ, 72% ਡਾਊਨ ਆ ਇਸ ਸਾਲ। ਬੁੱਧਵਾਰ ਨੂੰ ਪੈਕ ਵੈਸਟ ਦੇ ਸ਼ੇਅਰ 2% ਦੇ ਕਰੀਬ ਡਿਕਲਾਈਨ ਹੋਏ ਸੀ। ਸੋ ਇੱਕ ਹੋਰ ਇਹਦੇ ਨਾਲੇ ਰਿਲੇਟਡ ਜੇ ਖਬਰ ਦੱਸਦੀ ਜਾਈਏ, ਜੋ 3 ਬੈਂਕਾਂ ਫੇਲ ਹੋਈਆਂ ਆ, ਸਿਲੀਕਨ ਵੈਲੀ ਬੈਂਕ, ਸਿਗਨੇਚਰ ਬੈਂਕ ਤੇ ਫਸਟ ਰਿਪਬਲਿਕ ਬੈਂਕ, ਤੇ ਚੌਥੀ ਇਹ ਪੈਕ ਵੈਸਟ ਉਸੇ ਰਸਤੇ ਤੁਰੀਓ ਆ। ਉਹ ਤਿੰਨਾਂ ਬੈਂਕਾਂ ਦੇ ਜਿਹੜੇ ਆਡੀਟਰ ਸੀ, ਆਡੀਟਿੰਗ ਦੀ ਜਿਹੜੀ ਕੰਪਨੀ ਸੀ KPMG, ਉਹ ਸੇਮ ਕੰਪਨੀ ਸੀ। ਹੁਣ ਇਹ ਕੁਐਸਚਨ ਫੈਡਰਲ ਰਿਜ਼ਰਵ ਬੋਰਡ ਵੀ ਉਠਾ ਰਿਹਾ, ਹੋਰ ਵੀ ਜਿਹੜੇ ਫਾਈਨੈਂਸ਼ੀਅਲ ਸਟੇਟਮੈਂਟਸ ਜਾਰੀ ਕਰਦੇ ਆ ਉਹ ਕਹਿੰਦੇ ਵੀ KPMG ਬੈਂਕ ਦੀਆਂ KPMG ਜੋ ਫਰਮ ਆ ਇਸ ਨੇ ਜਦੋਂ ਬੈਂਕ ਦੀਆਂ ਸਟੇਟਮੈਂਟਸ ਜਾਰੀ ਕੀਤੀਆਂ ਉਹਨਾਂ ਨੂੰ ਕਲੀਨ ਬਿੱਲ ਆਫ ਹੈਲਥ ਦਿੱਤਾ ਸੀ ਫਰਵਰੀ ਦੇ ਐਂਡ ਤੱਕ ਵੀ। ਦੇਖੋ ਫਰਵਰੀ ਦੇ ਐਂਡ ਤੱਕ ਵੀ ਇਹ ਆਡਿਟ ਵਾਲੀ ਫਰਮ ਕਹਿ ਰਹੇ ਸੀ ਵੀ ਇਹ ਬੈਂਕਾਂ ਤਕੜੀਆਂ, ਕੋਈ ਘਬਰਾਉਣ ਵਾਲੀ ਗੱਲ ਨਹੀਂ, ਤੇ ਉਹ ਵਿਦਿਨ ਹਫ਼ਤਿਆਂ ਦੇ ਵਿੱਚ, 2-4 ਹਫ਼ਤਿਆਂ ਦੇ ਵਿੱਚ ਹੀ ਇਹ ਬੈਂਕਾਂ ਫੇਲ ਹੋ ਗਈਆਂ। ਸੋ ਇਹ ਇਸ ਹੁਣ ਆਡਿਟ ਫਰਮ ਦੇ ਉੱਤੇ ਵੀ ਬਹੁਤ ਵੱਡਾ ਕੁਐਸਚਨ ਉੱਠਿਆ ਹੈ ਵੀ ਇਹਨਾਂ ਇਹ ਕਿਉਂ ਨਹੀਂ ਪਤਾ ਕਰ ਸਕੇ ਵੀ ਕਿੱਦਾਂ ਦੀ ਇਹਨਾਂ ਨੇ ਜਿਹੜੀ ਆਡਿਟ ਕੀਤੀ ਆ, ਵੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਚੱਲਿਆ ਵੀ ਬੈਂਕਾਂ ਦੇ ਕਿੱਧਰ ਨੂੰ ਜਿਹੜੇ ਆ ਜਾ ਰਹੇ ਹੈਗੇ ਤੇ ਬੈਂਕਾਂ ਬਹੁਤ ਜਲਦੀ ਫੇਲ ਹੋ ਜਾਣਗੀਆਂ। ਜੀ, ਇਹ KPMG ਇੱਕ ਕਾਫੀ ਵੱਡੀ ਫਰਮ ਆ ਤੇ ਆਡੀਟਰ ਜਿਹੜੇ ਹੈਗੇ ਨੇ ਇਹ ਵੈਲਸ ਫਾਰਗੋ, ਸਿਟੀ ਗਰੁੱਪ, ਬੈਂਕ ਆਫ ਨਿਊਯਾਰਕ ਮੈਲਨ ਤੇ 3 ਦਰਜਨ ਹੋਰ ਬੈਂਕਾਂ ਦੇ ਆਡੀਟਰ ਦੱਸੇ ਜਿਹੜੇ ਉਹ ਜਾਂਦੇ ਆ। ਸੋ ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਹੋਊਗੀ ਵੀ ਇਹਨਾਂ ਦੀ ਦੁਆਰਾ ਜਿਨ੍ਹਾਂ ਨੂੰ ਕਲੀਨ ਹੈਲਥ ਆਫ ਬਿੱਲ ਦਿੱਤਾ ਗਿਆ ਜਾਂ ਕਿਸੇ ਹੋਰ ਆਡੀਟਰਸ ਦੇ ਦੁਆਰਾ ਵੀ ਉਹਨਾਂ ਦੇ ਵੀ ਹਾਲਾਤ ਇਦਾਂ ਦੇ ਬਣ ਜਾਣ। ਉੱਤੋਂ ਜਿੱਦਾਂ ਅੱਜ ਆਪਾਂ ਜ਼ਿਕਰ ਕੀਤਾ ਹੀ ਆ, 1/4% ਇੰਟਰਸਟ ਰੇਟ ਇੱਕ ਵਾਰੀ ਫੇਰ ਵਧਾ ਦਿੱਤਾ ਗਿਆ ਆ। ਅਗਲੀ ਗੱਲ ਕਰੀਏ, 39 ਮਿਲੀਅਨ ਡਾਲਰ ਦੀ ਪੌਂਜੀ ਸਕੀਮ ਚਲਾ ਰਿਹਾ ਸੀਗਾ ਇੱਕ ਈਸਟ ਬੇ ਦਾ ਜਿਹੜਾ ਉਹ ਬੰਦਾ। ਇਸ ਨੂੰ ਕਹਿੰਦੇ ਵੀ ਫਾਈਨਲੀ ਫੈਡਰਲ ਗ੍ਰੈਂਡ ਜਿਊਰੀ ਨੇ ਇੰਡਾਈਟ ਕਰ ਦਿੱਤਾ ਆ। ਇਹ ਇੰਡਾਈਟਮੈਂਟ ਦੇ ਵਿੱਚ ਇਹ ਕਥਿਤ ਤੌਰ ਤੇ ਦਾਅਵਾ ਆ, ਡੈਰਿਕ ਚੂ 41 ਸਾਲਾਂ ਦਾ, ਉਹਨੇ ਆਪਣੀਆਂ ਕਈ ਕੰਪਨੀਆਂ ਦੀ ਵਰਤੋਂ ਕੀਤੀ ਜਿਸ ਦੇ ਨਾਲ ਇਹਨੇ 100 ਤੋਂ ਵੱਧ ਜਿਹੜੇ ਲੋਕ ਆ ਪੀੜਤ ਆ ਉਹਨਾਂ ਦੀ ਰਾਸ਼ੀ ਜਿਹੜੀ ਆ ਉਹ ਮਨੀ ਆ ਇਹ ਹਥਿਆਰ ਲਈ। ਇਹ ਕਹਿੰਦਾ ਸੀ, ਦਿਖਾਉਂਦਾ ਸੀਗਾ ਵੀ ਮੈਂ ਤੁਹਾਡੇ ਪਰਚੇਜ਼ ਤੇ ਰੀਸੇਲ ਕਰਾ ਸਕਦਾ ਹਾਂ ਬਾਸਕਟਬਾਲ ਦੀਆਂ ਟਿਕਟਸ, ਲਗਜ਼ਰੀ ਸਵੀਟਸ ਜਿਹੜੇ ਆ ਇਸ ਦੇ ਵਿੱਚ। US ਅਟਾਰਨੀ ਇਸਮਾਇਲ ਰੈਮਜ਼ੀ, ਨਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ, ਉਹਨਾਂ ਨੇ ਇਸ ਦੇ ਵਿੱਚ ਦੱਸਿਆ। ਮਾਮਲਾ ਤਾਂ ਇਹ ਹਰਜੋਤ ਸਿੰਘ ਜੀ ਥੋੜਾ ਪੁਰਾਣਾ ਆ, ਪਰ ਫਾਈਨਲੀ ਇਸ ਨੂੰ ਇੰਡਾਈਟ ਚਾਰजेस ਜਿਹੜੇ ਉਹ ਕੀਤੇ ਗਏ। ਓਰੈਕਲ ਅਰੀਨਾ ਦੇ ਵਿੱਚ ਜਦ ਗੋਲਡਨ ਸਟੇਟ ਵਾਰੀਅਰਸ ਖੇਡਦੇ ਸੀਗੇ ਓਕਲੈਂਡ 'ਚ, ਚੇਸ ਸੈਂਟਰ ਸੈਨ ਫਰਾਂਸਿਸਕੋ 'ਚ, ਸਟੇਪਲ ਸੈਂਟਰ ਲਾਸ ਐਂਜਲਸ ਦੇ ਵਿੱਚ, ਇਹਨਾਂ ਸਾਰਿਆਂ
ਦੀਆਂ ਟਿਕਟਾਂ ਦੀ ਖਰੀਦੋ ਫਰੋਖਤ ਦੀ ਆੜ ਦੇ ਵਿੱਚ ਇਸ ਨੇ ਇਹ ਧੋਖਾਧੜੀ ਲੋਕਾਂ ਦੇ ਨਾਲ ਕੀਤੀ ਆ। ਚੂ ਨੇ ਇਨਵੈਸਟਰ ਵੀ ਜਿਹੜੇ ਆ ਉਹ ਆਪਣੇ ਨਾਲ ਰਲਾ ਰਹੇ ਸੀਗੇ, ਜਿਸ ਦੇ ਵਿੱਚ ਉਹਨੇ ਕਈ ਜਿਹੜੀਆਂ ਉਹਨਾਂ ਨੂੰ ਗਲਤ ਸਟੇਟਮੈਂਟਸ ਦਿੱਤੀਆਂ ਵੀ ਉਹਦੇ ਵਿੱਚ ਉਹਨੇ ਗਲਤੀ ਦੱਸਦਾ ਰਿਹਾ ਵੀ ਤੁਹਾਡੇ ਜਿਹੜੇ ਇਨਵੈਸਟਮੈਂਟ ਫੰਡ ਆ ਕਿੱਦਾਂ ਜਿਹੜੇ ਉਹ ਵਰਤੇ ਜਾ ਰਹੇ ਆ। ਸੋ ਅਥਾਰਟੀਜ਼ ਨੇ ਕੱਲ ਇਸ ਨੂੰ ਗ੍ਰਿਫਤਾਰ ਕੀਤਾ ਸੀ। ਲੰਮਾ ਸਮਾਂ ਇਸ ਦੀ ਜਿਹੜੀ ਜਾਂਚ ਆ ਉਹ ਚੱਲਦੀ ਰਹੀ ਸੀਗੀ। ਸੋ ਹੁਣ ਤੱਕ ਕਹਿੰਦੇ 7.5 ਮਿਲੀਅਨ ਦੇ ਤਕਰੀਬਨ ਇਨਵੈਸਟਰ ਫੰਡਸ ਆ ਇਸ ਨੇ ਆਪਣੀ ਵਰਤੋਂ ਦੇ ਲਈ, ਜਿਹਦੇ ਵਿੱਚ ਇਹਨੇ ਕ੍ਰੈਡਿਟ ਕਾਰਡ, ਡੈਟ, ਟਰੈਵਲ, ਪਰਚੇਜ਼, ਲਗਜ਼ਰੀ ਵਹੀਕਲ, ਜਿਊਲਰੀ, ਯੂਟਿਲਿਟੀ ਬਿੱਲ ਪੇ ਕਰਨ ਦੇ ਲਈ ਵੀ ਵਰਤੇ ਆ। ਵਾਇਰ ਫਰਾਡ ਦੇ ਕਈ ਚਾਰजेस ਇਸ ਉੱਤੇ ਲੱਗੇ ਆ ਤੇ ਕਹਿੰਦੇ ਵੀ ਜੇ ਇਹ ਵਾਇਰ ਫਰਾਡ ਚਾਰजेस ਇਸ ਉੱਤੇ ਸਾਬਤ ਹੋ ਜਾਂਦੇ ਆ ਤਾਂ ਇਹਨੂੰ 20 ਸਾਲ ਦੀ ਜਿਹੜੀ ਸਜ਼ਾ ਆ ਹਰ ਇੱਕ ਵਾਇਰ ਫਰਾਡ ਚਾਰजेस ਦੇ ਲਈ ਹੋ ਸਕਦੀ ਹੈ ਤੇ $2.5 ਲੱਖ ਤੱਕ ਦਾ ਜੁਰਮਾਨਾ। ਜੇ ਲੇ-ਆਫ ਦੀ ਗੱਲ ਕਰਦੇ ਜਾਈਏ, ਬਹੁਤ ਜ਼ਿਆਦਾ ਕੰਪਨੀਆਂ 'ਚ ਹੁਣ ਕੋਈ ਇਹ ਨਹੀਂ ਰਿਹਾ ਵੀ ਟੈਕਨੋਲੋਜੀ ਕੰਪਨੀ 'ਚ ਲੇ-ਆਫ ਹੋਊਗੀ। ਹੈਲਥ ਇੰਡਸਟਰੀ ਨਾਲ ਰਿਲੇਟਡ ਕੰਪਨੀਆਂ ਦੇ ਵਿੱਚ, ਰੀਟੇਲ ਇੰਡਸਟਰੀ ਨਾਲ ਕੰਪਨੀਆਂ ਦੇ ਵਿੱਚ ਲੇ-ਆਫ ਤੇ ਲੇ-ਆਫ ਚੱਲ ਰਹੀ ਹੈਗੀ ਆ। ਸੈਨ ਫਰਾਂਸਿਸਕੋ ਬੇਸਡ ਬ੍ਰਾਈਟ ਲਾਈਨ ਕੰਪਨੀ ਜੋ ਹੈਲਥ ਕੇਅਰ ਦੇ ਵਿੱਚ ਕੰਮ ਕਰਦੀ ਆ, ਉਹਨਾਂ ਨੇ 20% ਵਰਕਫੋਰਸ ਆਪਣੀ ਅੱਜ ਲੇ-ਆਫ ਕਰ ਦਿੱਤੀ ਹੈਗੀ ਆ। ਨੋਰਸਟੋਮ ਸਟੋਰਸ, ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ, ਇਹ ਆਪਣੇ 2 ਵੱਡੇ ਸਟੋਰ ਸੈਨ ਫਰਾਂਸਿਸਕੋ 'ਚ ਬੰਦ ਕਰਨ ਜਾ ਰਹੇ ਆ। ਅੱਜ ਨੋਰਸਟੋਮ ਵਾਲਿਆਂ ਨੇ ਅਨਾਉਂਸ ਕੀਤਾ ਆ ਵੀ ਉਹ ਵੀ ਆਪਣੀ ਵਰਕਫੋਰਸ ਲੇ-ਆਫ ਕਰਨ ਜਾ ਰਹੇ ਆ। ਸਿਆਟਲ ਬੇਸਡ ਰੀਟੇਲ ਜਾਇੰਟ ਨੋਰਸਟੋਮ ਦੇ ਨੇ ਅਮਾਊਂਟ ਤਾਂ ਨਹੀਂ ਦੱਸਿਆ ਵੀ ਕਿੰਨੇ ਲੋਕਾਂ ਨੂੰ ਲੇ-ਆਫ ਕਰ ਰਹੇ ਹੈਗੇ ਆ, ਪਰ ਮੋਸਟਲੀ ਜਿਹੜਾ ਉਹਨਾਂ ਦਾ ਟੈਕਨੋਲੋਜੀ ਵਾਲੀ ਟੀਮ ਹੈਗੀ ਆ, ਕਿਉਂਕਿ ਇੱਕ ਟਾਈਮ ਦੇ ਉੱਤੇ ਆਪਾਂ ਸਾਰੇ ਦੇਖਦੇ ਸੀ ਆਈਟੀ ਸੈਕਟਰ ਦੇ ਵਿੱਚ, ਸੌਫਟਵੇਅਰ ਟੈਕਨੋਲੋਜੀ ਦੇ ਵਿੱਚ ਬਹੁਤ ਲੋਕਾਂ ਦੀਆਂ ਜੌਬਸ ਅਵੇਲੇਬਲ ਸੀਗੀਆਂ। ਹੁਣ ਸਭ ਤੋਂ ਜ਼ਿਆਦਾ ਅਸਰ ਉਹਨਾਂ ਦੇ ਉੱਤੇ ਪੈ ਰਿਹਾ ਹੈਗਾ। ਸੋ ਇਸ ਸਟੋਰ ਨੇ ਵੀ ਆਪਣਾ ਜੋ ਟੈਕਨੋਲੋਜੀ ਵਾਲੀ ਡਿਪਾਰਟਮੈਂਟ ਆ, ਸੌਫਟਵੇਅਰ ਇੰਜੀਨੀਅਰਿੰਗ 'ਚ ਡਾਟਾ ਐਨਾਲਿਸਟ, ਟੈਕਨੀਕਲ ਪ੍ਰੋਗਰਾਮ ਮੈਨੇਜਰਸ, ਹੋਰ ਜਿਹੜੇ ਇੰਜੀਨੀਅਰਸ ਆ, ਉਹ ਲੇ-ਆਫ ਕੀਤੇ ਆ। ਕੱਲੇ ਆਪਾਂ ਇਸ ਸਟੋਰ ਦੀ ਨਾ ਗੱਲ ਕਰੀਏ, ਯੂਨਿਟੀ ਸੌਫਟਵੇਅਰ ਇੱਕ ਬਹੁਤ ਵੱਡੀ ਇਹ ਵੀ ਸੌਫਟਵੇਅਰ ਕੰਪਨੀ ਆ, ਖਾਸ ਕਰਕੇ ਗੇਮਿੰਗ ਇੰਡਸਟਰੀ ਦੇ ਵਿੱਚ। ਇਹ 2004 ਦੇ ਵਿੱਚ ਸ਼ੁਰੂਆਤ ਹੋਈ ਸੀ ਇਸ ਕੰਪਨੀ ਦੀ ਤੇ ਮੇਜਰ ਪਲੇਅਰ ਬਣੇ ਸੀ ਗੇਮ ਕ੍ਰੀਏਸ਼ਨ ਦੇ ਵਿੱਚ ਪਿਛਲੇ ਦਹਾਕੇ ਦੇ ਵਿੱਚ। ਯੂਨਿਟੀ ਸੌਫਟਵੇਅਰ ਨੇ ਕਿਹਾ ਵੀ ਉਹ ਆਪਣੀ 8% ਵਰਕਫੋਰਸ, ਜੋ ਕਿ 600 ਦੇ ਕਰੀਬ ਲੋਕ ਬਣਦੇ ਆ, ਉਹ ਅੱਜ ਲੇ-ਆਫ ਕਰਨ ਜਾ ਰਹੇ ਹੈਗੇ ਆ। ਵੀਡੀਓ ਗੇਮ ਸੌਫਟਵੇਅਰ ਡਿਵੈਲਪਰ ਇਹ ਜਿਹੜਾ ਕੰਪਨੀ ਜੋ ਸਾਰਾ ਕੁਝ ਕਰਦੀ ਆ, ਸੋ ਉਹਨਾਂ ਨੇ ਵੀ ਟੈਕਨੋਲੋਜੀ ਵਾਲੇ ਸੌਫਟਵੇਅਰ ਦੇ ਵਿੱਚ ਜੋ ਲੋਕ ਆ ਉਹਨਾਂ ਨੂੰ ਲੇ-ਆਫ ਕਰਨ ਜਾ ਰਹੇ ਆ। ਜੀ, ਜਾਂਦੇ ਜਾਂਦੇ ਮਾਰਕੀਟ ਦਾ ਹਾਲ ਦੱਸਦੇ ਜਾਈਏ। ਇੰਟਰਸਟ ਰੇਟ ਵਧੇ, ਬੈਂਕਿੰਗ ਖੇਤਰ ਦੇ ਵਿੱਚ ਡਰ ਦੇ ਨਾਲ ਅੱਜ ਡਾਓ ਜੋਨ 270 ਪੁਆਇੰਟ ਘਟ ਕੇ 33,414 ਤੇ ਬੰਦ ਹੋਇਆ। S&P ਦੇ ਵਿੱਚ 29 ਪੁਆਇੰਟ ਦੀ ਗਿਰਾਵਟ ਦਰਜ ਹੋਈ, 4,091 ਤੇ ਬੰਦ ਹੋਇਆ। ਨੈਸਡੈਕ 55 ਪੁਆਇੰਟ ਘਟ ਕੇ 12,025 ਤੇ। ਸੋਨੇ ਦਾ ਭਾਅ $2,064 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $67 ਪ੍ਰਤੀ ਬੈਰਲ, 10-year yield 3.34%। ਕ੍ਰਿਪਟੋ ਕਰੰਸੀ 'ਚ ਬਿਟਕੋਇਨ $29,056 ਦੇ ਬਰਾਬਰ ਤੇ ਇਥੀਰੀਅਮ $1903 ਦੇ ਬਰਾਬਰ ਚੱਲ ਰਿਹਾ ਹੈ। ਆਵਾਜ਼ ਨਹੀਂ ਆ ਰਹੀ ਹਰਜੋਤ ਸਿੰਘ ਜੀ। $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 78 ਰੁਪਏ ਤੇ $1 ਦੇ ਬਰਾਬਰ ਕੈਨੇਡਾ ਦੇ 1.6 ਸੈਂਟ। ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।